ਬਾਹਰ ਆਉਂਦੇ ਗੱਲਬਾਤ ਕਰਦੇ ਆ ਸੁਖਪਾਲ ਸਿੰਘ ਖਹਿਰਾ ਦੇ ਨਾਲ, ਕੋਸ਼ਿਸ਼ ਕਰਦੇ ਆ ਗੱਲਬਾਤ ਕਰਨ ਦੀ ਸੁਖਪਾਲ ਸਿੰਘ ਖਹਿਰਾ ਦੇ ਨਾਲ। ਗੱਲ ਕਰਕੇ ਜਾਣਾ ਬਾਹਰ ਆਓ, ਬਾਹਰ ਚਲੋ, ਗੇਟ ਤੋਂ ਬਾਹਰ ਹੋ ਜਾਓ, ਯਾਰ ਇੱਕ ਵਾਰੀ ਗੇਟ ਛੱਡ ਦਿਓ, ਸਾਈਡ ਤੋਂ ਬਾਹਰ ਹੋ ਜਾਓ, ਰਸਤਾ ਛੱਡ ਦਿਓ, ਰਸਤਾ ਹੋ ਜਾਓ, ਬਾਹਰ ਹੋ ਜਾਓ, ਮੁੱਲਾ ਸਾਈਡ ਤੋਂ ਥੋੜਾ ਕੀ ਕਹਿਣਾ ਚਾਹੁੰਦੇ ਜੀ? ਇਹ ਅੱਛੇ ਮਾਹੌਲ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਮੁਲਾਕਾਤ ਹੋਈ ਆ। ਸਾਡੇ ਸਤਿਕਾਰਯੋਗ ਕੁਲੀਗਸ ਅਸ਼ਵਨੀ ਸੇਕੜੀ ਜੀ ਐਕਸ ਐਮਐਲਏ ਔਰ ਸੁਨੀਲ ਦੱਤੀ ਜੀ ਐਕਸ ਐਮਐਲਏ ਅੰਮ੍ਰਿਤਸਰ, ਅਸੀਂ ਬੈਠੇ ਉਹਨਾਂ ਦੇ ਕੋਲ। ਮੈਂ ਕਹਿਣਾ ਚਾਹੁੰਦਾ ਕਿ ਬੜੀ ਚੜ੍ਹਦੀ ਕਲਾ ਵਿੱਚ ਨੇ, ਵੈਰੀ ਸਟਰੋਂਗ ਵਿਲਡ ਪਰਸਨ ਐਜ਼ ਹੀ ਇਜ਼, ਕਿਸੇ ਤਰ੍ਹਾਂ ਦਾ ਉਹਨਾਂ ਨੂੰ ਕੋਈ ਸ਼ਿਕਨ ਨਹੀਂਗਾ ਔਰ ਉਹਨਾਂ ਨੂੰ ਜੋ ਵੀ ਫੈਸਿਲਿਟੀਜ਼ ਜੋ ਜੇਲ ਮੈਨੂਅਲ ਦੇ ਅਨੁਸਾਰ ਜੋ ਵੀ ਪ੍ਰੈਜ਼ੈਂਟ ਗਵਰਨਮੈਂਟ ਨੇ ਦਿੱਤੀਆਂ ਨੇ ਉਹ ਕੋਈ ਕੰਸੈਸ਼ਨ ਨਹੀਂ ਸੀਕ ਕਰਦੇ। ਜਿਹੜੇ ਵੀ ਉਹਨਾਂ ਨੇ ਜੋ ਮੌਜੂਦਾ ਸਰਕਾਰ ਨੇ ਜਿੱਦਾਂ ਵੀ ਉਹਨਾਂ ਨੇ ਉਸ ਨੂੰ ਜੋ ਹਦਾਇਤਾਂ ਦਿੱਤੀਆਂ ਨੇ ਉਹਦੀ ਪਾਲਣਾ ਹੋ ਰਹੀ ਹੈ ਅੰਦਰ ਬਕਾਇਦਾ ਤੌਰ ਤੇ। ਐਂਡ ਨੀਡਲੈਸ ਟੂ ਸੇ ਲਾਅ ਅਬਾਈਡਿੰਗ ਸਿਟੀਜ਼ਨ ਹੈ। ਇਹ ਗੱਲ ਅਲੱਗ ਹੈ ਕਿ ਅਸੀਂ ਆਨਰੇਬਲ ਸੁਪਰੀਮ ਕੋਰਟ ਦੇ ਵਰਡਿਕਟ ਦਾ ਸਤਿਕਾਰ ਕਰਦਿਆਂ ਹੋਇਆਂ, ਅਸੀਂ ਅੱਜ ਵੀ ਕਰਦੇ ਹਾਂ, ਪਹਿਲਾਂ ਵੀ ਕਰਦੇ, ਗਾਂ ਵੀ ਕਰਾਂਗੇ, ਉਹ ਇੱਕ ਸਜ਼ਾ ਕੱਟ ਰਹੇ ਨੇ। ਔਰ ਮੈਂ ਕਹਿਣਾ ਚਾਹੁੰਦਾ ਕਿ ਕੁਝ ਲੋਕਾਂ ਨੂੰ ਇਦਾਂ ਵਹਿਮ ਭਰਮ ਹੁੰਦਾ, ਇਹ ਜੇਲਾਂ ਬੰਦਿਆਂ ਲਈ ਬਣੀਆਂ ਨੇ, ਇੱਥੇ ਕੋਈ ਜਾਨਵਰ ਨਹੀਂ ਰਹਿੰਦੇ, ਤਰ੍ਹਾਂ ਤਰ੍ਹਾਂ ਦੇ ਲੋਕ ਹੁੰਦੇ ਨੇ। ਲੇਕਿਨ ਨਵਜੋਤ ਸਿੰਘ ਸਿੱਧੂ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਪਰਸਨੈਲਿਟੀ ਨੇ। ਔਰ ਦੂਜਾ ਕਿ ਥੋੜਾ ਜਿਹਾ ਮੈਨੂੰ ਵੀ ਜਾਣ ਕੇ ਥੋੜੀ ਜਿਹੀ ਹੈਰਾਨਗੀ ਹੋਈ ਆ ਕਿ ਨੋਰਮਲ ਕੋਰਸ ਵਿੱਚ ਬਾਹਰ ਇੱਕ ਪਰਸੈਪਸ਼ਨ ਸੀਗੀ ਕਿ ਸ਼ਾਇਦ ਜਿਹੜਾ ਸੈਕਸ਼ਨ 304 ਆ ਐਕਸੀਡੈਂਟਲ ਡੈਥ, ਸ਼ਾਇਦ ਉਸ ਦੇ ਨੂੰ ਲੈ ਕੇ ਇਹ ਸਜ਼ਾ ਕੱਟੀ ਜਾ ਰਹੀ ਆ। ਪਰ ਅੱਜ ਸਾਡੀ ਜਾਣਕਾਰੀ ਵਿੱਚ ਮੈਂ ਸਗੋਂ ਆਪਣੇ ਆਪ ਨੂੰ ਥੋੜਾ ਸ਼ਰਮਿੰਦਾ ਸਮਝਦਾ ਵਾਂ। ਅਸੀਂ ਇਹ ਜਾਣਕਾਰੀ ਹਾਸਲ ਹੋਈ, ਜਿਹੜਾ ਵਾਰੰਟ ਆਇਆ ਇੱਥੇ ਕਸਟਡੀ ਵਾਰੰਟ ਹੁੰਦਾ ਜਿਹੜਾ ਭੇਜਦੀ ਆ ਕੋਰਟ ਟੂ ਦ ਜੇਲ, ਉਹਦੇ 'ਚ ਆਇਆ ਕਿ ਸਿਰਫ ਸੈਕਸ਼ਨ 323 ਦੇ ਤਹਿਤ ਇਹ ਸਜ਼ਾ ਕੀਤੀ ਗਈ ਆ। ਇਹ ਅਨਪ੍ਰੈਸੀਡੈਂਟਡ ਆ। ਸ਼ਾਇਦ ਅਗਰ ਅੱਜ 26,000 ਦੇ ਕਰੀਬ ਕੈਦੀ ਨੇ ਪੰਜਾਬ ਦੀਆਂ ਜੇਲ੍ਹਾਂ ਵਿੱਚ, ਤੁਸੀਂ ਜੇ ਥੋੜਾ ਜਿਹਾ ਤਹਿਕੀਕਾਤ ਕਰੋਗੇ ਲੱਭੋਗੇ ਇੱਕ ਵੀ ਵਿਅਕਤੀ ਨਹੀਂਗਾ ਜਿਹੜਾ 323 ਦੇ ਵਿੱਚ 1 ਸਾਲ ਕੈਦ ਕੱਟ ਰਿਹਾ ਵਾ। ਲੈਟ ਮੀ ਰਿਪੀਟ ਅਗੇਨ, ਸਭ ਤੋਂ ਛੋਟੇ ਅਫੈਂਸਸ ਨੇ ਸੀਆਰਪੀਸੀ ਦੇ ਤੇ ਆਈਪੀਸੀ ਦੇ ਸੈਕਸ਼ਨ 323 ਤੇ ਸੈਕਸ਼ਨ 324, 323 ਤੇ 324 ਆਮ ਆਪਾਂ ਪਿੰਡਾਂ 'ਚ ਸੁਣਦੇ ਆ। ਇਹ ਥਾਣੇ 'ਚ ਹੀ ਅਵੇਲੇਬਲ ਨੇ ਮੌਕੇ ਤੇ, ਜਦੋਂ ਕੋਈ ਅਫੈਂਸ ਕਮਿਟ ਵੀ ਹੁੰਦਾ ਵਾ ਇਹ ਪੁਲਿਸ ਸਟੇਸ਼ਨ ਵਿੱਚ ਹੀ ਅਵੇਲੇਬਲ ਹੈ, ਕਿਸੇ ਅਦਾਲਤ ਵਿੱਚ ਜਾਣ ਦੀ ਲੋੜ ਨਹੀਂ ਹੁੰਦੀ, ਉੱਥੇ ਜ਼ਮਾਨਤ ਮਿਲ ਜਾਂਦੀ ਆ। ਸੋ ਅੱਜ ਮੈਂ ਦੁਬਾਰਾ ਕਹਿ ਦਿੰਦਾ ਕਿ ਸਿਰਫ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕਸਟਡੀ ਵਾਰੰਟ ਹੈਗਾ ਉਹ 323 ਦੇ ਵਿੱਚ 1 ਸਾਲ ਦੀ ਕੈਦ ਤੇ 1,000 ਰੁਪਇਆ ਜਿਹੜਾ ਜੁਰਮਾਨਾ ਵਾ। ਮੈਂ ਫਿਰ ਕਹਿ ਦਿੰਦਾ ਕਿ 26,000 ਕੈਦੀ ਨੇ, ਤੁਸੀਂ ਇੱਕ ਵਾਰੀ ਵੈਰੀਫਾਈ ਕਰ ਲਿਓ, ਜਾਂ ਹੋਰ ਵੀ ਜਿਹੜੇ ਪਹਿਲਾਂ ਜੇਲ੍ਹਾਂ 'ਚੋਂ ਕੱਟ ਕੇ ਗਏ ਹੋਣਗੇ, ਕੋਈ ਵੀ ਇੱਕ ਵਿਅਕਤੀ 323 ਧਾਰਾ ਦੇ ਵਿੱਚ 1 ਸਾਲ ਦੀ ਕੈਦ ਨਹੀਂ ਕੱਟ ਰਿਹਾ ਵਾ, ਜੇਲ੍ਹ ਵਿੱਚ ਨਹੀਂਗਾ। ਹੈਵਿੰਗ ਸੈਡ ਦੈਟ, ਅਸੀਂ ਫਿਰ ਵੀ ਸਤਿਕਾਰਯੋਗ ਆਨਰੇਬਲ ਸੁਪਰੀਮ ਕੋਰਟ ਦਾ ਸਤਿਕਾਰ ਕਰਦੇ ਹਾਂ। ਜੋ ਉਹਨਾਂ ਨੇ ਫੈਸਲਾ ਦੇ ਦਿੱਤਾ ਉਹ ਦੇ ਦਿੱਤਾ ਵਾ। ਆਉਣ ਵਾਲੇ ਆ ਛੁੱਟੀਆਂ ਵਗੈਰਾ ਖਤਮ ਹੋਣਗੀਆਂ ਤੇ ਇੱਕ ਰਿਵਿਊ ਪਟੀਸ਼ਨ ਪਾਈ ਜਾਵੇਗੀ। ਵੀ ਆਰ ਵੈਰੀ ਹੋਪਫੁਲ ਕਿ ਉਹਨਾਂ ਨੂੰ ਜਿਹੜਾ ਹੈਗਾ ਇੱਕ ਰੀਜ਼ਨੇਬਲ ਅੱਛੀ ਰਿਲੀਫ ਜ਼ਿੰਦਗੀ ਦੇ ਵਿੱਚ ਮਿਲੇਗੀ, ਬਿਕੋਜ਼ ਹੀ ਇਜ਼ ਲਾਈਕ ਆਈ ਸੈਡ ਅਰਲੀਅਰ, ਹੀ ਇਜ਼ ਨਾਟ ਅ ਕ੍ਰਿਮੀਨਲ। ਕਈ ਵਾਰ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਕਈ ਕੁਝ ਹਾਦਸੇ ਵਾਪਰ ਜਾਂਦੇ ਨੇ ਔਰ ਉਹ ਹਾਦਸੇ ਦਾ ਉਹਨਾਂ ਨੂੰ ਜਿਹੜਾ ਇਹ ਸਜ਼ਾ ਕੱਟ ਰਹੇ ਨੇ। ਸੋ ਮੈਂ ਇੱਕ ਮਿੰਟ ਉੱਥੇ ਆ ਰਿਹਾ ਵਾਂ ਤੇ ਮੈਂ ਤਾਂ ਐਕਚੁਅਲੀ ਉਮੀਦ ਇਹ ਕਰਦਾ ਸੀ ਕਿ ਜਿਹੜੀਆਂ ਸਟੇਟ ਗਵਰਨਮੈਂਟਸ ਹੁੰਦੀਆਂ ਨੇ ਨਾ, ਇਹਨਾਂ ਦੇ ਕੋਲ ਬਹੁਤ ਵਾਸਟ ਪਾਵਰਸ ਨੇ। ਜਿਹਦਾ ਬੰਦਾ ਹਾਰਡਨਡ ਕ੍ਰਿਮੀਨਲ ਹੈ ਉਹਨੂੰ ਤਾਂ ਜਿੰਨੀ ਮਰਜ਼ੀ ਸਜ਼ਾ ਕਟਾਓ, ਕੋਈ ਹਰਜ ਨਹੀਂ ਹੁੰਦਾ। ਸੋਸਾਇਟੀ ਤੋਂ ਉਹਨੂੰ ਬਚਣਾ, ਮਤਲਬ ਸੋਸਾਇਟੀ ਨੂੰ ਉਹ ਤੋਂ ਬਚਾ ਕੇ ਰੱਖਣਾ। ਲੇਕਿਨ ਇਨ ਦ ਕੇਸ ਆਫ ਨਵਜੋਤ ਸਿੰਘ ਸਿੱਧੂ, ਆਈ ਥਿੰਕ ਜੇ ਮੈਂ ਅਪੀਲ ਹੀ ਕਰ ਸਕਦਾ ਵਾਂ ਕਿ ਸਟੇਟ ਗਵਰਨਮੈਂਟ ਅਗਰ ਮੁਨਾਸਬ ਸਮਝੇ ਤਾਂ ਇਹਨਾਂ ਨੂੰ ਉਹ ਇਹਨਾਂ ਦਾ ਸੈਂਟੈਂਸ ਰਿਮਿਟ ਕਰ ਸਕਦੀ ਆ। ਉਹ ਅਗਰ ਚਾਹਣ ਤਾਂ ਤੁਸੀਂ ਪਿੱਛੇ ਝਾਤ ਮਾਰ ਕੇ ਦੇਖੋ, ਸਟੇਟ ਗਵਰਨਮੈਂਟਸ ਨੇ ਮਰਡਰਸ ਦੇ ਵਿੱਚ, ਮੈਂ ਦੁਬਾਰਾ ਕਹਿ ਰਿਹਾ, ਕਤਲਾਂ ਦੇ ਵਿੱਚ ਲੋਕਾਂ ਨੂੰ ਪਾਰਡਨ ਗ੍ਰਾਂਟ ਕੀਤਾ ਹੋਇਆ। ਇਹ ਔਨ ਰਿਕਾਰਡ ਕਹਿ ਰਿਹਾ ਵਾਂ। ਮੈਨੂੰ ਹੁਣ ਐਗਜ਼ੈਕਟਲੀ ਉਹ ਪੁਲਿਸ ਵਾਲੇ ਦਾ ਨਾਮ ਨਹੀਂ ਚੇਤੇ ਆ ਰਿਹਾ। ਪਿਛਲੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਨੇ, ਮੈਂ ਅਪੋਜ਼ ਕੀਤਾ ਸੀ ਜਦੋਂ ਲੀਡਰ ਆਫ ਆਪੋਜੀਸ਼ਨ ਸੀਗਾ, ਇੱਕ ਪੁਲਿਸ ਆਫਿਸਰ ਸੀਗਾ, ਹੀ ਵਾਸ ਰਿਸਪੌਂਸਿਬਲ ਫॉर killing people in
ਪੁਲਿਸ ਇਨਕਾਊਂਟਰ, ਉਹਨਾਂ ਨੂੰ ਲਾਈਫ ਸੈਂਟੈਂਸ ਹੋਈ ਸੀ। ਉਹ ਗੈਰ ਪੰਜਾਬ ਦਾ ਸੀਗਾ, ਰਹਿਣ ਵਾਲਾ ਯੂਪੀ ਸਾਈਡ ਦਾ ਕੋਈ ਪੁਲਿਸ ਆਫਸਰ, ਮੈਨੂੰ ਨਾਂ ਭੁੱਲ ਗਿਆ, ਤੁਸੀਂ ਆਪ ਥੋੜਾ ਰਿਸਰਚ ਕਰੋਗੇ। ਕੈਬਨਿਟ ਨੇ ਉਹਦੀ ਕਤਲ ਦੀ ਸਜ਼ਾ ਨੂੰ ਰਿਮਿਟ ਕੀਤਾ ਸੀਗਾ, ਉਹਨੂੰ ਪਾਰਡਨ ਗ੍ਰਾਂਟ ਕੀਤਾ ਸੀਗਾ। ਇੱਕ ਪਾਸੇ ਉਹ ਆਦਮੀ ਆ ਜਿਹੜਾ ਕੇਵਲ 323 ਦੇ ਵਿੱਚ 1 ਸਾਲ ਦੀ ਸਜ਼ਾ ਕੱਟ ਰਿਹਾ ਵਾ, ਜਿਹੜਾ 4 ਵਾਰ ਮੈਂਬਰ ਪਾਰਲੀਮੈਂਟ ਰਿਹਾ ਵਾ, ਜਿਹੜਾ ਪੰਜਾਬ ਦਾ ਇੱਕ ਮਿਨਿਸਟਰ ਹੈ। ਚਲੋ ਉਹ ਵੀ ਛੱਡ ਦਿਓ, ਪੋਲੀਟੀਕਲ ਛੱਡ ਦਿਓ ਕੰਟਰੀਬਿਊਸ਼ਨ। he has been outstanding sportsman for the country. He has done India proud in the field of cricket and he has played throughout the world. ਇੱਕ ਆਦਮੀ ਦਾ ਯੋਗਦਾਨ ਵੀ ਦੇਖੋ ਨਾ, ਉਹਦੀ ਸਜ਼ਾ ਤੁਸੀਂ ਦੇਖ ਰਹੇ ਹੋ 323 ਚ। ਇੱਕ ਆਦਮੀ ਦਾ ਯੋਗਦਾਨ ਇਸ ਦੇਸ਼ ਦੇ ਵਾਸਤੇ ਕੀ ਹੈ ਕਿ ਉਸਨੇ ਕ੍ਰਿਕਟ ਦੇ ਮੈਦਾਨ ਦੇ ਵਿੱਚ ਉਤਰ ਕੇ ਕਈ ਮੱਲਾਂ ਮਾਰੀਆਂ ਦੇਸ਼ ਦੇ ਵਾਸਤੇ, ਪੰਜਾਬ ਦੇ ਵਾਸਤੇ ਮਾਰੀਆਂ। ਸਾਡਾ ਆ ਜਿਹੜੀ ਪੱਗ ਬੰਨੀ ਅਸੀਂ ਅੱਜ, ਉਹਦੀ ਸ਼ਾਨ ਨਵਜੋਤ ਸਿੰਘ ਸਿੱਧੂ ਨੇ ਦੁਨੀਆ ਭਰ ਚ ਵਧਾਈ ਹੈ। ਤਾਂ ਅਗਰ ਗਵਰਨਮੈਂਟ ਚਾਹਵੇ ਥੋੜਾ ਫਰਾਕ ਦਿਲੀ ਦਿਖਾਵੇ ਤਾਂ ਇਹ ਕੁਝ ਵੀ ਨਹੀਂਗਾ। ਔਰ ਮੈਂ ਤਾਂ ਕਹਿੰਦਾ ਇਸ ਤੋਂ ਅੱਗੇ ਵੀ ਚੱਲ ਜਾਣੇ ਆਪਾਂ। ਇੱਕ ਸਿੰਪਲ ਆਰਡਰ ਪਾਸ ਕੀਤਾ ਜਾ ਸਕਦਾ ਕਿ 323 ਦੇ ਵਿੱਚ ਅਗਰ ਕੋਈ ਕੈਦ ਕੱਟ ਰਿਹਾ ਵਾ ਤੇ ਸਾਰਿਆਂ ਨੂੰ ਰਿਮਿਟੈਂਸ ਦਿੱਤੀ ਜਾਵੇ, ਸਭ ਨੂੰ, ਇਕੱਲੇ ਨਵਜੋਤ ਸਿੰਘ ਸਿੱਧੂ, ਕਿਉਂਕਿ 323 ਤੋਂ ਛੋਟਾ ਆਫੈਂਸ ਇੱਥੇ ਹੈ ਹੀ ਨਹੀਂਗਾ। ਔਰ ਮੈਂ ਦੁਬਾਰਾ ਰੀਟਰੇਟ ਕਰ ਦਿੰਦਾ ਕਿ 26,000 ਅਗਰ ਕੈਦੀ ਆ ਪੰਜਾਬ ਦੀਆਂ ਜੇਲ੍ਹਾਂ ਵਿੱਚ, ਇੱਕ ਵੀ ਆਦਮੀ 323 ਦੇ ਵਿੱਚ ਸੈਂਟੈਂਸ ਨਹੀਂਗਾ। ਸੋ ਐਨੀਵੇਜ਼, ਹੈਵਿੰਗ ਸੈਡ ਦੈਟ, ਅਸੀਂ ਮਿਲੇ ਹਾਂ, ਬੜੇ ਗੁੱਡ ਸਪਿਰਿਟਸ ਵਿੱਚ ਨੇ ਔਰ ਹਰ ਪੱਖ ਤੋਂ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੇ। ਸੋ ਮੈਨੂੰ ਖੁਸ਼ੀ ਹੋਈ ਹੈ ਕਿ ਅਸੀਂ ਆਪਣੇ ਕੋਲੀਗ ਨੂੰ ਆਣ ਕੇ ਮਿਲੇ ਹਾਂ ਔਰ ਮੈਂ ਸਮਝਦਾ ਕਿ ਸਾਡਾ ਸਭ ਦਾ ਫਰਜ਼ ਆ ਕਟਿੰਗ ਅਕ੍ਰੋਸ ਪਾਰਟੀ ਲਾਈਨਸ। ਕਿਸੇ ਵੀ ਇਨਸਾਨ ਦੀ ਮੁਸ਼ਕਿਲ ਘੜੀ ਦੇ ਵਿੱਚ ਸਭ ਨੂੰ ਸਾਥ ਦੇਣਾ ਚਾਹੀਦਾ ਵਾ ਔਰ ਕਦੀ ਵੀ ਕਿਸੇ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ। ਕੁਝ ਲੋਕ ਹਰ ਗੱਲ ਵਿੱਚ ਮਜ਼ਾਕ ਉਡਾਉਂਦੇ ਨੇ। तो पार्टी साथ देगी और नहीं अगर कोई कमी रहेगी तो उन्होंने हुण अगे मूहरे आण के देना चाहिए, क्योंकि पिछले दिनों प्रताप सिंह बाजवा जिहड़े साडे लीडर ऑफ ओपोजिशन ने वो भी इत्थे मुलाकात करके गए ने और मैं अपनी पार्टी नूं भी कहूँगा कि इट्स आ पार्टी खड़ी साडी सारी इन आवर ऑफ क्राइसिस। हर एक आदमी नूं अच्छे जिहड़े थोड़े जिहे रखते हैं, जज्बात रखते हैं अपनी जिंदगी दे विच, जिहड़े लोगों के अंदर कोई जिन्हां दी ਜ਼ਮੀਰ ਜਾਗਦੀ ਆ, ਇਸ ਔਖੀ ਘੜੀ ਵਿੱਚ ਸਭ ਨੂੰ ਸਾਥ ਦੇਣਾ ਚਾਹੀਦਾ। ਐਮਐਲਏ ਸਰ ਜੋਗਿੰਦਰਪਾਲ ਦੇ ਖਿਲਾਫ ਮਾਈਨਿੰਗ ਦੀ ਕਾਰਵਾਈ ਹੋਈ ਹੈ। ਦੇਖੋ, ਮੈਂ ਜੇ ਮੇਰੇ ਨਾਲ ਇੱਕ ਗੱਲ ਦੀ ਸਹਿਮਤੀ ਪ੍ਰਗਟਾਉਂਗੇ ਕਿ 3 ਮਹੀਨਿਆਂ ਦੇ ਵਿੱਚ ਕਿਸੇ ਸਰਕਾਰ ਦਾ ਗ੍ਰਾਫ ਐਡਾ ਤੇਜ਼ੀ ਨਾਲ ਨੀਚੇ ਨਹੀਂ ਗਿਰਿਆ ਹੋਵੇਗਾ ਜਿੰਨਾ ਇਸ ਪਾਰਟੀ ਦੀ ਸਰਕਾਰ ਦਾ ਗਿਰਿਆ ਵਾ। ਤੁਸੀਂ ਸੰਗਰੂਰ ਚਲ ਜਾਓ, ਕੱਲ ਦਾ ਸੀਐਮ ਦਾ ਰੋਡ ਸ਼ੋਅ, ਉੱਥੇ ਲੋਕਾਂ ਦਾ ਵਿਰੋਧ ਹੋ ਰਿਹਾ ਸੀਗਾ, ਉਹ ਫਲॉप ਸ਼ੋਅ ਸੀ, ਖਾਲੀ ਸੀਗਾ। ਉੱਥੇ ਸਾਰੇ ਧਰਨਾਕਾਰੀ ਜਿਹੜੇ ਭਗਵੰਤ ਸਿੰਘ ਮਾਨ ਕਹਿੰਦੇ ਸੀ ਨਾ ਕਿ ਅਕਾਲੀ ਦਲ ਤੇ ਕਾਂਗਰਸ ਵੇਲੇ ਕੁਝ ਨਹੀਂ ਸੀ ਬਦਲਦਾ, ਸਿਰਫ ਧਰਨਿਆਂ ਦਾ ਸਥਾਨ ਬਦਲਦਾ ਸੀਗਾ, ਅਕਾਲੀਆਂ ਵੇਲੇ ਬਾਦਲ ਪਿੰਡ ਤੇ ਕੈਪਟਨ ਵੇਲੇ ਪਟਿਆਲਾ ਸ਼ਹਿਰ, ਤੇ ਬਿਲਕੁਲ ਉਹੀ ਹੋਇਆ ਤੇ ਹੁਣ ਵੀ ਕੁਝ ਨਹੀਂ ਬਦਲਿਆ। ਧਰਨੇ ਵਾਲਿਆਂ ਦੇ ਸਥਾਨ ਬਦਲੇ ਨੇ। ਹੁਣ ਅੱਜ ਦੀ ਡੇਟ ਵਿੱਚ ਲੇਟੈਸਟ ਕੈਪੀਟਲ ਧਰਨਿਆਂ ਦਾ ਜਿਹੜਾ ਵਾ ਉਹ ਸੰਗਰੂਰ ਸ਼ਹਿਰ ਤੇ ਭਗਵੰਤ ਸਿੰਘ ਮਾਨ ਦਾ ਘਰ ਬਣ ਗਿਆ ਵਾ। ਬੇਰੁਜ਼ਗਾਰ ਅਧਿਆਪਕ, ਬੇਰੁਜ਼ਗਾਰ ਹਰ ਵਰਗ ਦੇ ਲੋਕ ਬੈਠੇ ਨੇ। ਉਹ ਸਿੱਪੀ ਸ਼ਰਮਾ ਯਾਦ ਕਰੋ, ਲੜਕੀ ਜਿਹੜੀ ਕੇਜਰੀਵਾਲ ਸਾਹਿਬ ਨੇ ਸੁਹਾਣਾ ਪਿੰਡ ਦੀ ਮੋਹਾਲੀ ਦੀ ਟੈਂਕੀ ਤੋਂ ਲਾਈ ਸੀ ਇਲੈਕਸ਼ਨ ਵੇਲੇ, ਇਹ ਕਹਿ ਕੇ ਕਿ ਬੇਟਾ ਨੀਚੇ ਆ ਜਾ, ਸਾਡੀ ਸਰਕਾਰ ਬਣਨ ਜਾ ਰਹੀ, ਤੈਨੂੰ ਅਸੀਂ ਸਭ ਤੋਂ ਪਹਿਲਾਂ ਨੌਕਰੀ ਦੇਵਾਂਗੇ। ਉਹ ਸਭ ਤੋਂ ਜ਼ਿਆਦਾ ਪ੍ਰੋਟੈਸਟ ਕਰਦੀ ਹੋਈ ਸੰਗਰੂਰ ਦੀ ਪਾਣੀ ਦੀ ਟੈਂਕੀ ਦੇ ਉੱਤੇ ਚੜੀ ਹੋਈ ਹੈ ਦੁਬਾਰਾ ਇਸ ਗਰਮੀ ਦੀ ਹੀਟ, ਇਸ ਗਰਮੀ ਦੇ ਮੌਸਮ ਦੇ ਵਿੱਚ। ਸੋ ਇਸ ਕਰਕੇ ਇੱਕ ਮਿੰਟ ਮੈਨੂੰ ਕੰਪਲੀਟ ਕਰ ਲੈਣ ਦਿਓ। ਕਿਸਾਨਾਂ ਦੀਆਂ ਆਤਮ ਹੱਤਿਆ ਜਿਉਂਦੀਆਂ ਤਿਉਂ केजरीवाल साहब कहते थे कि किसान को आत्महत्या नहीं करनी पड़ेगी। अगे आ जाओ तुसी गुरु ग्रंथ साहब की बेअदबियां 24 घंटे कहते सी हल करांगे, असीं कहने 24 घंटे नहीं, 3 महीने हो गए ने, होर 3 महीने, होर 6 महीने, वो भी किते किसी के खिलाफ कोई कार्रवाई नहीं हो। इन्हां दा मैं नहीं कह रहा, उन्हां दा अपना MLA कुंवर विजय प्रताप सिंह जिहड़ा आम आदमी पार्टी का MLA, और जिस बंदे ने सारी इन्वेस्टिगेशन करके 5 चलान पेश किए फरीदकोट की अदालत में, ही इज सेइंग कि ये सरकार जिहड़ी बेअदबियां दे उत्ते संजीदा नहीं। ड्रग्स, ਤੁਸੀਂ ਮੈਨੂੰ ਦੱਸ ਦਿਓ, ਆਪ ਸਾਰੇ ਤੁਸੀਂ ਟੀਵੀ ਦੇ ਇੱਥੇ ਜਰਨਲਿਸਟ ਬੈਠੇ ਹੋ, ਕੀ ਜ਼ਮੀਨ ਤੇ ਡਰੱਗਸ ਘਟੇ ਨੇ? ਕਿਸੇ ਕੰਮ ਦੀ ਗੱਲ ਦੀ ਕਮੀ, ਚਿੱਟਾ ਵਗੈਰਾ ਉਹਦਾ ਜਿਉਂ ਦਾ ਤਿਉਂ ਹੈਗਾ ਵਾ। ਔਰ ਇਸੇ ਤਰ੍ਹਾਂ ਦੇ ਨਾਲ ਬੇਰੁਜ਼ਗਾਰੀ, ਅਗਰ ਬੇਰੁਜ਼ਗਾਰੀ ਖਤਮ ਹੋ ਜਾਂਦੀ ਤਾਂ ਫਿਰ ਉੱਥੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਸੰਗਰੂਰ ਦੇ ਦਫ਼ਤਰਾਂ ਦੇ ਬਾਹਰ ਥੋੜ੍ਹੋ ਧਰਨੇ ਮਾਰਨੇ ਪੈਣੇ ਸੀਗੇ। ਕੰਟਰੈਕਟ ਦੇ ਉੱਤੇ ਟੀਚਰਸ, ਕੰਟਰੈਕਟ ਦੇ ਉੱਤੇ ਆਤਮਾ ਵਰਕਰਸ, ਐਗਰੀਕਲਚਰ ਡਿਪਾਰਟਮੈਂਟ, ਬੇਤਹਾਸ਼ਾ ਲੋਕ 10-10, 15-15 ਹਜ਼ਾਰ ਦੇ ਸਾਡੇ ਪੰਜਾਬ ਦੇ ਨੌਜਵਾਨ ਅੱਜ ਵੀ ਪਿਛਲੇ 3 ਮਹੀਨਿਆਂ ਚੋਂ ਨੌਕਰੀ ਦੀ ਪੱਕੇ ਹੋਣ ਦੀ ਉਡੀਕ ਵਿੱਚ ਬੈਠੇ ਨੇ। ਸੋ ਮੇਰਾ ਸਿਰਫ ਸਾਦੇ ਸ਼ਬਦਾਂ 'ਚ ਕਹਿਣਾ ਵਾ ਕਿ ਦੇਖੋ,
ਚੁਟਕਲੇ ਸੁਣਾਉਣੇ, ਐਲਾਨ ਕਰਨੇ, ਉਹ ਗੱਲ ਅਲੱਗ ਆ, ਲੇਕਿਨ ਜ਼ਮੀਨੀ ਹਕੀਕਤ ਪੰਜਾਬ ਦੀ ਕਿਸੇ ਤਰ੍ਹਾਂ ਦੀ ਨਹੀਂ ਬਦਲੀ। ਜਿਹੜੇ ਕਹਿੰਦੇ ਸੀ, ਇੱਕ ਮਿੰਟ, ਜਿਹੜੇ ਕਹਿੰਦੇ ਸੀਗੇ ਕਿ ਜਦੋਂ ਮਨਪ੍ਰੀਤ ਬਾਦਲ ਕਹਿੰਦਾ ਸੀ ਕਿ ਖਜ਼ਾਨਾ ਖਾਲੀ ਆ, ਇਹ ਕਹਿੰਦੇ ਸੀ ਜੀ ਖਾਲੀ ਤਾਂ ਖਜ਼ਾਨਾ ਥੋੜ੍ਹਾ ਹੁੰਦਾ, ਪੀਪਾ ਹੁੰਦਾ। ਹੁਣ ਇਹਨਾਂ ਦੇ ਵਿੱਤ ਮੰਤਰੀ ਉਹੀ ਸ਼ਬਦ ਵਰਤ ਰਹੇ ਨੇ, ਤਾਂ ਲੋਕਾਂ ਨੇ ਕਿਹਾ ਕਿ ਹੁਣ ਦੱਸ ਦਿਓ ਤੁਸੀਂ ਇਹ ਖਜ਼ਾਨਾ ਵਾ ਕਿ ਪੀਪਾ ਵਾ। ਸੋ ਦੇਅਰਫੋਰ ਇਹ ਸਾਰੀ ਪੋਜੀਸ਼ਨ ਹੈ ਇਸ ਵੇਲੇ ਪੰਜਾਬ ਦੀ। ਇਸ ਵੇਲੇ ਮਾਨ ਸਾਹਿਬ ਨੇ ਗੱਲ ਕਹੀ ਹੈ, ਕਾਂਗਰਸ ਜਿਹੜੇ ਕਹਿੰਦੇ ਗੈਂਗਸਟਰ ਨੇ, ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਅਕਾਲੀ ਦਲ ਔਰ ਕਾਂਗਰਸ ਲੈ ਕੇ ਆਈ ਸੀ, ਮੈਂ ਉਹਨੂੰ ਖਤਮ ਕਰੂੰਗਾ। ਮੈਨੂੰ ਇੱਕ ਗੱਲ ਦੱਸੋ ਕਿ ਕੋਈ ਗੈਂਗਸਟਰ ਖੁਸ਼ੀ ਨਾ ਬਣਦਾ ਵਾ? ਗੈਂਗਸਟਰਸ ਹਾਲਾਤ ਪੈਦਾ ਕਰਦੇ ਨੇ। ਪੰਜਾਬ ਦੇ ਹਾਲਾਤ ਪਿਛਲੇ ਕਾਫੀ ਸਮੇਂ ਤੋਂ ਬਹੁਤ ਜ਼ਿਆਦਾ ਯੂਥ ਜਿਹੜਾ ਸੀਗਾ ਉਹ ਡਿਸਇਲੂਸ਼ਨਡ ਸੀ, ਤਾਂ ਹੀ ਉਹ ਸਾਡਾ ਨੌਜਵਾਨ ਵਿਦੇਸ਼ਾਂ ਵਿੱਚ ਗਿਆ ਵਾ। ਆਰਥਿਕ ਤੌਰ ਤੇ ਲੋਕਾਂ ਦੇ ਕੋਲ ਜ਼ਮੀਨਾਂ ਦੀ ਸ਼ਾਰਟੇਜ ਆ, ਥੋੜੇ ਮਾਲਕੀ ਬੇਜ਼ਮੀਨੇ ਨੇ ਲੋਕ, ਨੌਕਰੀਆਂ ਇੰਨੀਆਂ ਪੰਜਾਬ ਦੇ ਵਿੱਚ ਹੈ ਨਹੀਂ, ਲੈਂਡਲੌਕਡ ਸਟੇਟ ਆ, ਸਮੁੰਦਰ ਬੰਦਰਗਾਹ ਕੋਈ ਹੈ ਨਹੀਂ, ਵਪਾਰ ਕੋਈ ਹੈ ਨਹੀਂ। ਇਸ ਕਰਕੇ ਅਗਰ ਗੈਂਗਸਟਰ ਫਰਜ਼ ਕਰੋ ਪੈਦਾ ਹੋਏ ਨੇ, ਕਿਸੇ ਨੇ ਪੈਦਾ ਨਹੀਂ ਕੀਤੇ, ਇਹ ਗਲਤ ਇਲਜ਼ਾਮ ਆ, ਇਹ ਹਾਲਾਤ ਨੇ ਪੈਦਾ ਕੀਤੇ, ਉਹਦੀ ਆਰਥਿਕ ਪੋਜੀਸ਼ਨ ਨੇ ਪੈਦਾ ਕੀਤੇ ਆ। ਸਾਨੂੰ ਖੁਸ਼ੀ ਹੈ ਕਿ ਗੈਂਗਸਟਰ ਖਤਮ ਹੋਣੇ ਚਾਹੀਦੇ ਨੇ। ਭਗਵੰਤ ਸਿੰਘ ਮਾਨ 3 ਮਹੀਨਿਆਂ 'ਚ ਕਹਿੰਦੇ ਅਸੀਂ ਨਹੀਂ ਖਤਮ ਕਰ ਸਕੇ, ਮੰਨਦੇ ਨੇ ਕਿ ਅਸੀਂ 3 ਮਹੀਨਿਆਂ 'ਚ ਨਹੀਂ ਕਰ ਸਕੇ। ਉਹਨਾਂ ਨੂੰ ਕਹੋ ਤੁਸੀਂ ਤੁਹਾਨੂੰ 3 ਮਹੀਨੇ ਹੋਰ ਦਿੰਦੇ, 6 ਮਹੀਨੇ ਲੈ ਲਓ, ਸਾਲ ਲੈ ਲਓ, ਆਪਾਂ ਇੱਥੇ ਰਹਿਣਾ ਵਾ। ਅਸੀਂ ਮੁਦਈ ਆ ਕਿ ਗੈਂਗਸਟਰਸ, ਪਰ ਇਹ ਕਹਿਣਾ ਕਿ ਪੁਰਾਣੇ ਪਾਰਟੀਆਂ ਗੈਂਗਸਟਰ ਪੈਦਾ ਕਰਕੇ, ਇਹ ਸਰਾਸਰ ਗਲਤ ਹੈ। ਮਾਨ ਸਾਹਿਬ ਨੇ ਕੱਲ ਇਹ ਗੱਲ ਕਹੀ ਹੈ ਕਿ ਕਈਆਂ ਦੀ ਵਾਰੀ ਆਉਣੀ ਹੈ, ਕਈਆਂ ਦੇ ਨੰਬਰ ਲੱਗਣੇ ਨੇ ਤੇ ਕਈਆਂ ਦੀਆਂ ਲਿਸਟਾਂ ਤਿਆਰ ਹੋ ਗਈਆਂ ਤੇ ਕਈ ਤੁਹਾਨੂੰ ਸਲਾਖਾਂ ਦੇ ਮਗਰ ਦੇਖਣੇ। ਦੇਖੋ, ਇੱਥੇ ਇਸ ਤੋਂ ਪਹਿਲਾਂ ਕਿ ਮੈਂ ਭ੍ਰਿਸ਼ਟਾਚਾਰ ਪੰਜਾਬ ਦੀ ਗੱਲ ਕਰਾਂ, ਇੱਕ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਤੇ ਕੇਜਰੀਵਾਲ ਸਾਹਿਬ ਨੂੰ ਕਿ ਤੁਸੀਂ ਦੋਹਰੇ ਮਾਪਦੰਡ ਕਿਉਂ ਕਰਦੇ? ਇੱਥੇ ਵਿਜੇ ਸਿੰਗਲਾ ਨੂੰ ਤੁਸੀਂ ਇਸ ਕਰਕੇ ਕੱਢਿਆ ਕਿ ਉਹ ਰਿਸ਼ਵਤ ਮੰਗਦਾ ਸੀਗਾ। ਇਟ ਇਜ਼ ਨਾਟ ਪ੍ਰੂਵਨ, देयर इज नो एविडेंस कि उसने पैसा किसी व्यक्ति तो लिया। और ਜਿਹੜਾ ਉਹਦਾ ਸ਼ਿਕਾਇਤ ਕਰਤਾ ਵਾ, ਮੈਂ ਲੈਟ ਮੀ ਮੇਕ ਮਾਈ ਸਟੈਂਡ ਕਲੀਅਰ, ਆਈ ਐਮ ਡੈਡ ਅਗੇਂਸਟ ਕਰਪਸ਼ਨ। ਲੇਕਿਨ ਜਿਹੜਾ ਉਹਦਾ ਸ਼ਿਕਾਇਤ ਕਰਤਾ ਜਿਹੜਾ ਰਜਿੰਦਰ ਸਿੰਘ ਜਾਂ ਜਿਹੜਾ ਵੀ ਵਿਅਕਤੀ ਆ, ਆਈ ਬਿਲੀਵ ਕਿ ਉਹਦੇ ਖਿਲਾਫ ਕਰਪਸ਼ਨ ਦੇ ਕੇਸਸ, ਉਹ 2 ਵਾਰੀ ਸਸਪੈਂਡ ਹੋਇਆ ਡਿਪਾਰਟਮੈਂਟ ਚੋਂ। ਆਡੀਓ ਅਸੀਂ ਕਹਿੰਦੇ ਕਿ ਸਿੰਗਲੇ ਦੀ ਆਡੀਓ ਸੁਣਾ ਦਿਓ ਵਿਚਾਰੇ ਦੀ ਕਿ ਕਿੱਥੇ ਪੈਸੇ ਮੰਗਦਾ ਸੀਗਾ। ਛੋਟੇਪੁਰ ਸਾਹਿਬ ਦੇ ਖਿਲਾਫ 2 ਲੱਖ ਰੁਪਏ ਦੇ ਇਲਜ਼ਾਮ ਲਾ ਕੇ ਉਹਨੂੰ ਉਹਦਾ ਪੋਲੀਟੀਕਲ ਕੈਰੀਅਰ ਤਬਾਹ ਕਰਤਾ ਇਹਨਾਂ ਲੋਕਾਂ ਨੇ। ਨਾ ਉਹਦੀ ਆਡੀਓ ਸਟਿੰਗ ਦਿਖਾਇਆ, ਵੀਡੀਓ ਸਟਿੰਗ, ਤੇ ਨਾ ਹੁਣ ਇਹਦਾ ਆਡੀਓ ਦਿਖਾ ਰਹੇ ਨੇ। ਇਹਦੇ ਮੁਕਾਬਲੇ ਤੇ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਦਾ, ਸਤਿੰਦਰ ਜੈਨ, ਉਹਦੇ ਤੇ ਹੁਣ ਕਹੀ ਜਾਂਦੇ ਜੀ ਬੇਗੁਨਾਹ ਜੀ। ਜਦੋਂ ਆਪਣੀ ਪਾਰਟੀ ਦਾ ਬੰਦਾ ਫਸ ਰਿਹਾ ਵਾ ਉਦੋਂ ਕਹਿੰਦੇ ਬੇਗੁਨਾਹ ਵਾ, ਜਦੋਂ ਈਡੀ ਕਿਸੇ ਹੋਰ ਨੂੰ ਗ੍ਰਿਫਤਾਰ ਕਰਦੀ ਆ ਕਹਿੰਦੇ ਜੀ ਇਹ ਗੁਨਾਹਗਾਰ ਆ। ਸਤਿੰਦਰ ਜੈਨ ਦੇ ਖਿਲਾਫ 2 ਗੱਲਾਂ ਸੁਣ ਲਓ ਮੇਰੇ ਤੋਂ ਚੰਗੀ ਤਰ੍ਹਾਂ। 16 ਕਰੋੜ ਰੁਪਈਆ ਸ਼ੈਲ ਕੰਪਨੀਜ਼ ਆਊਟ ਆਫ ਦਿਸ ਕੰਟਰੀ, ਫੋਰਨ ਸ਼ੋਰਸ ਤੋਂ ਬਲੈਕ ਮਨੀ ਲਾਂਡਰਿੰਗ, ਉਹਦਾ 16 ਕਰੋੜ ਰੁਪਈਆ ਸਤਿੰਦਰ ਜੈਨ ਦੇ ਅਕਾਊਂਟਸ ਵਿੱਚ ਆਇਆ। ਨੰਬਰ 1, ਪਿੱਛੇ ਈਡੀ ਨੇ ਰੇਡ ਕੀਤੇ, ਉਹਦੇ ਘਰੋਂ 2 ਕਰੋੜ 83 ਲੱਖ ਰੁਪਈਆ ਕੈਸ਼ ਲੱਭਿਆ ਤੇ 2.25 ਕਿਲੋ ਸੋਨੇ ਦੇ ਬਿਸਕਟ ਲੱਭੇ, ਤੇ ਬਾਕੀ ਪਤਾ ਕਿੰਨਾ ਕੁਛ। ਹਲੇ ਵੀ ਕਹੀ ਜਾਂਦੇ ਨੇ ਬੇਗੁਨਾਹ, ਹਲੇ ਵੀ ਕਹੀ ਜਾਂਦੇ ਨੇ ਉਹ ਬਿਲਕੁਲ ਓਨੈਸਟ ਹੈ ਜੀ। ਔਰ ਹੁਣ ਆ ਜਾਓ ਪੰਜਾਬ ਦੇ ਵਿੱਚ, ਦੇਖੋ ਮੇਰਾ ਇਹ ਮੰਨਣਾ ਵਾ ਕਿ ਅਸੀਂ ਜਿਹੜੇ ਸਾਡੀ ਪਾਰਟੀ ਨੂੰ, ਮੇਰੀ ਬੇਨਤੀ ਮੈਂ ਪਹਿਲਾਂ ਵੀ ਕਿਹਾ ਫਿਰ ਕਹਿ ਦੇਣਾ, ਆਈ ਡੋਂਟ ਹੈਜ਼ਿਟੇਟ, ਸਾਨੂੰ ਇੱਕ ਲਕੀਰ ਖਿੱਚਣੀ ਪੈਣੀ ਆ ਬਿਟਵੀਨ ਜਿਹੜੇ ਲੋਕ ਕਰਪਟ ਨੇ ਤੇ ਜਿਨ੍ਹਾਂ ਦੇ ਖਿਲਾਫ ਬਦਲਾਖੋਰੀ ਦੀ ਕਾਰਵਾਈ ਹੋ ਰਹੀ ਆ। ਜਿਹੜਾ ਕਾਂਗਰਸ ਦਾ ਕੇਡਰ ਜਿਹਦੇ ਨਾਲ ਕੋਈ ਬਦਲਾਖੋਰੀ ਦੀ ਕਾਰਵਾਈ ਕਰੇਗੀ ਸਰਕਾਰ, ਸਰਪੰਚ ਤੋਂ ਲੈ ਕੇ ਕਾਉਂਸਲਰ ਤੇ ਪ੍ਰਧਾਨ ਤੋਂ ਲੈ ਕੇ ਆਮ ਸਧਾਰਨ ਵਰਕਰ, ਅਸੀਂ ਉਹਦਾ ਡਟ ਕੇ ਸਪੋਰਟ ਕਰਾਂਗੇ। ਲੇਕਿਨ ਜਿਹੜੇ ਆਦਮੀ, ਚੰਦ ਆਦਮੀ ਜਿਨ੍ਹਾਂ ਨੇ ਰਾਜ ਕੀਤਾ, ਜਿਹੜੇ ਪਲੇਸਿਸ ਆਫ ਪਾਵਰ ਦੇ ਵਿੱਚ ਬੈਠੇ ਸੀਗੇ, ਜਿਹੜੇ ਲੋਕਾਂ ਨੇ ਕਰਪਸ਼ਨ ਫਰਜ਼ ਕਰੋ ਕੀਤੀ ਆ, ਜਿਨ੍ਹਾਂ ਤੇ ਐਪਰੈਂਟਲੀ ਇਲਜ਼ਾਮ ਲੱਗ ਰਹੇ ਨੇ, ਪ੍ਰਾਈਮਾ ਫੇਸ਼ੀ ਜਿਹਨੂੰ ਕਹਿੰਦੇ ਨੇ, ਉਹਨਾਂ ਨੂੰ ਸਾਡੀ ਪਾਰਟੀ ਨੂੰ ਕਰਪਸ਼ਨ ਤੋਂ ਇਸ ਬਦਲਾਖੋਰੀ ਵਾਲੇ ਪਾਸੇ ਨਹੀਂ ਲਿਜਾਣਾ ਚਾਹੀਦਾ। ਜੇ ਸਾਡੀ ਪਿਛਲੀ ਸਰਕਾਰ, ਜਿਹੜੇ ਲੋਕ ਜਿਨ੍ਹਾਂ ਤੇ ਇਲਜ਼ਾਮ ਹੁਣ ਲੱਗਣੇ ਸ਼ੁਰੂ ਹੋਏ ਨੇ, ਅਗਰ ਉਸ ਵੇਲੇ ਇਹਨਾਂ ਦੀਆਂ ਜਾਂਚਾਂ ਕਰਵਾ ਲੈਂਦੇ, ਪਹਿਲਾਂ ਵੀ ਮੰਗਾਂ ਉੱਠੀਆਂ ਸੀਗੀਆਂ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਬੇਤਹਾਸ਼ਾ ਕਲੀਨ ਚਿਟਸ ਵਿਦਆਊਟ ਪ੍ਰੋਪਰ ਅਪਰੋਪਰੀਏਟ ਇਨਕੁਆਇਰੀਜ਼ ਕੀਤੀਆਂ, ਇਹਨਾਂ ਨੂੰ ਮੌਕਾ ਮਿਲ ਗਿਆ ਹੁਣ। ਔਰ ਦੂਜੀ ਗੱਲ ਮੇਰੀ ਇੰਟਰਸਟਿੰਗ ਸੁਣੋ ਤੁਸੀਂ, ਬੀਜੇਪੀ ਤੇ ਆਮ ਆਦਮੀ ਪਾਰਟੀ ਦਾ ਕਿਤੇ ਨਾ ਕਿਤੇ ਜਿਹੜਾ ਰਲੇਵਾਂ ਤੇ ਸਹਿਮਤੀ ਨਜ਼ਰ ਆ ਰਹੀ ਆ ਕਿ ਲਿਸਟ ਪੜਦਾ ਵਾ ਭਗਵੰਤ ਸਿੰਘ ਮਾਨ ਕਿ ਫਲਾਣੇ ਆਦਮੀਆਂ ਦੇ ਨਾਮ ਅਸੀਂ ਤਿਆਰ ਕਰ ਲਏ ਨੇ, ਤੇ ਉਹ ਘੁੰਮ ਕੇ ਜਾਂਦੇ ਸਾਰੇ ਬੀਜੇਪੀ ਦੀ ਝੋਲੀ ਦੇ ਵਿੱਚ ਨੇ। ਕੀ ਬੀਜੇਪੀ ਤੇ ਆਮ ਆਦਮੀ ਪਾਰਟੀ ਸਟੇਟ ਪਾਵਰ ਨੂੰ ਲੈ ਕੇ ਲੋਕਾਂ ਦੇ ਨਾਮ ਉਜਾਗਰ ਕਰਕੇ ਉਹਨਾਂ ਨੂੰ ਇੰਟੀਮੀਡੇਟ ਕਰਕੇ ਬੀਜੇਪੀ ਦੀ ਝੋਲੀ ਵਿੱਚ ਭੇਜਣਾ? ਜਿੰਨੇ ਬੰਦਿਆਂ ਦੇ ਨਾਮ ਲੈ ਗਏ ਨੇ ਪਿੱਛੇ ਜੇ, ਉਹ ਸਾਰੇ ਬੀਜੇਪੀ ਦੇ ਝੋਲੇ ਵਿੱਚ। ਲੇਕਿਨ 1 ਮਿੰਟ ਆ ਰਿਹਾ ਮੈਂ ਉੱਥੇ। ਗੱਲ ਬੀਜੇਪੀ ਦੀ 1 ਮਿੰਟ ਜੀ, ਅਗਨੀਪਥ ਜਿਹੜਾ ਭਰਤੀ ਹੈਗੀ ਆ, ਦੇਖੋ ਦੈਟ ਇਜ਼ ਸਾਰੇ ਦੇਸ਼ ਵਿੱਚ ਬਹੁਤ ਭਾਰੀ ਵਿਰੋਧ ਹੋ ਰਿਹਾ, ਬਹੁਤ ਭਾਰੀ ਅਗਜਨੀ ਹੋ ਰਹੀ ਆ, ਗਵਰਨਮੈਂਟ ਪ੍ਰਾਪਰਟੀ ਸੜ ਰਹੀਆਂ, ਸਾਰਾ ਨੌਜਵਾਨ ਦੇਸ਼ ਦਾ
ਇਸ ਅਗਨੀਪਥ ਦੀ ਸਕੀਮ ਦਾ ਵਿਰੋਧ ਕਰ ਰਿਹਾ ਵਾ। ਮੈਨੂੰ ਦੁੱਖ ਅਫਸੋਸ ਇਸ ਗੱਲ ਦਾ ਕਿ ਸਰਕਾਰਾਂ ਉੱਦਾਂ ਇੱਕ ਪਾਸੇ ਕਹਿੰਦੀਆਂ ਕਿ ਅਸੀਂ ਜਮਹੂਰੀਅਤ ਨਾਲ ਚੱਲਦੀਆਂ ਵਾ, ਅਸੀਂ ਜੋ ਲੋਕ ਚਾਹੁੰਦੇ ਉਹ ਕਾਨੂੰਨ ਉਹਨਾਂ ਤੇ ਲਾਗੂ ਕਰਾਂਗੇ, ਲੇਕਿਨ ਜਿਹੜੇ ਲੋਕ ਉਸ ਕਾਨੂੰਨ ਦੇ ਸਖਤ ਵਿਰੋਧ ਵਿੱਚ ਖੜੇ ਨੇ, ਬੀਜੇਪੀ ਨੂੰ ਇਹ ਆਪਣੀ ਪ੍ਰਪੋਜ਼ਲ ਅਗਨੀਪਥ ਦੀ ਵਾਪਸ ਲੈ ਲੈਣੀ ਚਾਹੀਦੀ ਹੈ। ਬਿਲਕੁਲ ਉੱਦਾਂ ਹੀ ਹੋ ਰਿਹਾ ਜਿੱਦਾਂ 3 ਕਾਲੇ ਕਾਨੂੰਨ ਖੇਤੀ ਦੇ ਸਾਡੇ ਤੇ ਥੋਪੇ ਸੀਗੇ। 1.5 ਸਾਲ ਲੋਕਾਂ ਨੂੰ ਸੰਘਰਸ਼ ਕਰਨਾ ਪਿਆ, 700 ਜਾਨਾਂ ਗਈਆਂ, ਫਿਰ ਵੀ ਤਾਂ ਕਾਨੂੰਨ ਵਾਪਸ ਲੈਣੇ। ਸੋ ਡੈਮੋਕ੍ਰੇਸੀ ਦਾ ਬੇਸਿਕ ਐਸੈਂਸ that it should be governed by the will of the people, ਉਹ ਕਿਤੇ ਨਾ ਕਿਤੇ ਬੀਜੇਪੀ ਦੀ ਸਰਕਾਰ ਇਸ ਵਕਤ ਉਸ ਨੂੰ ਪਿੱਛੇ ਛੱਡ ਰਹੀ ਹੈ। ਧੰਨਵਾਦ ਤੁਹਾਡਾ ਸਾਰਿਆਂ ਦਾ।